ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਲੈ ਕੇ ਹਾਜ਼ਰ ਹਾਂ ਖਬਰ ਪੜਤਾਲ ਦਾ ਖਾਸ ਸ਼ੋਅ ਤੇ ਖਾਸ ਮਸਲਿਆਂ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਕਿਸਾਨੀ ਅੰਦੋਲਨ ਨੂੰ ਅੱਜ 31 ਦਿਨ ਦਿੱਲੀ ਦੇ ਵਿੱਚ ਬੈਠਿਆਂ ਹੋ ਗਏ ਨੇ। ਇਸੇ ਦੇ ਉੱਤੇ ਅੱਜ ਖਾਸ ਚਰਚਾ ਕਰਾਂਗੇ। ਬੇਸ਼ੱਕ ਇਸ ਨੂੰ ਲੈ ਕੇ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਹੈ ਜਾਂ ਵੱਖ-ਵੱਖ ਤਰ੍ਹਾਂ ਦੇ ਬਿਆਨ ਇਸ ਅੰਦੋਲਨ ਨੂੰ ਲੈ ਕੇ ਆ ਰਹੇ ਨੇ। ਸਾਰੇ ਮੁੱਦਿਆਂ ਤੇ ਚਰਚਾ ਕਰਾਂਗੇ। ਪਹਿਲਾਂ ਸੁਰਿੰਦਰ ਡੱਲਾ ਹੋਣਾ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ ਸਾਰਿਆਂ ਦਾ। ਡੱਲਾ ਜੀ, ਬੀਤੇ ਦਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ 31ਵਾਂ ਦਿਨ ਕਿਸਾਨਾਂ ਦੇ ਧਰਨੇ ਨੂੰ ਵੀ ਅੱਜ ਹੋ ਚੁੱਕਿਆ ਹੈ। ਕਿੱਦਾਂ ਵੇਖ ਰਹੇ ਹੋ, ਕਿੱਧਰ ਨੂੰ ਜਾ ਰਿਹਾ ਹੈ ਸਾਰਾ ਵਰਤਾਰਾ? ਦੇਖੋ, ਕਿਸਾਨਾਂ ਦਾ ਦਿਨ ਇੱਕ ਕਰਕੇ ਸੰਘਰਸ਼ ਹੈ ਜਿਹੜਾ ਉਹ ਮਜ਼ਬੂਤ ਹੋ ਰਿਹਾ ਜੀ। 31 ਦਿਨਾਂ 'ਚ ਕਿਸਾਨ ਅੰਦੋਲਨ ਆ ਗਿਆ। ਭਾਵੇਂ ਵੱਡੀ ਗਿਣਤੀ 'ਚ ਕਿਸਾਨ ਸ਼ਹਾਦਤਾਂ ਦੇ ਗਏ, ਭਾਵੇਂ ਕੇਂਦਰ ਸਰਕਾਰ ਨੇ ਕਈ ਵਾਰੀ ਚਿੱਠੀਆਂ ਭੇਜੀਆਂ, ਕਿਸਾਨਾਂ ਨੇ ਬਿਰੰਗ ਮੋੜਤੀਆਂ ਚਿੱਠੀਆਂ ਜੀ। ਭਾਵੇਂ ਨਰਿੰਦਰ ਮੋਦੀ ਉਹਨਾਂ ਨੇ ਕੱਲ ਭਾਸ਼ਣ ਕੀਤਾ ਬਹੁਤ ਵੱਡਾ, 19 20 21 22 ਪੁਆਇੰਟ ਉਹਨਾਂ ਨੇ ਆਪਣੀਆਂ ਗੱਲਾਂ 'ਚ ਕੀਤੇ। ਜੀ। ਭਾਵੇਂ ਉਹਨਾਂ ਨੇ ਬਟਨ ਦੱਬ ਕੇ ਕਿਹਾ ਕਿ ਮੈਂ 9 ਕਰੋੜ ਲੋਕਾਂ ਨੂੰ 18,000 ਕਰੋੜ ਰੁਪਇਆ ਦਿੰਨਾ, ਜੀ। ਸਨਮਾਨ ਨਿਧੀ ਉਹਨਾਂ ਨੇ ਕਿਹਾ। ਮੈਂ ਕਹੂੰਗਾ ਇਹ ਮੁਆਵਜ਼ਾ ਸੀ, ਇਹ ਕੋਈ ਲਾਭ ਨਹੀਂ ਸੀ। ਜੀ। ਇਹ ਮੁਆਵਜ਼ਾ ਹੈ ਕਿਸਾਨੀ ਨੂੰ, ਕਿਉਂਕਿ ਕਿਸਾਨੀ ਬਹੁਤ ਘਾਟੇ 'ਚ ਹੈ। ਕਿਸਾਨੀ ਨੂੰ ਤਾਂ ਹੋਰ ਮੁਆਵਜ਼ਾ ਚਾਹੀਦਾ। ਬਿਲਕੁਲ। ਸਾਲ ਦਾ 6,000 ਦਾ ਮਤਲਬ ਹੈ ਕਿ ਅਸੀਂ 9 ਕਰੋੜ ਕਿਸਾਨਾਂ ਨੂੰ ਸਿਰਫ 500 ਰੁਪਇਆ ਮੁਆਵਜ਼ਾ ਦੇ ਰਹੇ ਹਾਂ। ਜੀ। ਤੇ 130 ਕਰੋੜ ਆਬਾਦੀ 'ਚ 70-80% ਆਬਾਦੀ ਖੇਤੀਬਾੜੀ ਨਾਲ ਜੁੜੀ ਹੈ। ਔਰ ਉਹਦੀ ਵੀ ਮੋਦੀ ਸਾਹਿਬ ਆਪ ਕਹਿੰਦੇ ਆ ਕਿ ਸਾਡੀ 80% ਜਿਹੜੀ 80% ਤੋਂ ਵੱਧ ਗਰੀਬ ਕਿਸਾਨ ਨੇ। ਜੀ। ਮਤਲਬ 130 ਕਰੋੜ ਆਬਾਦੀ 'ਚ 70-80% ਆਬਾਦੀ ਕਿਸਾਨੀ ਵਾਲੀ ਹੈ ਔਰ ਉਹਦੇ 80% ਗਰੀਬ ਕਿਸਾਨ ਨੇ। ਮਤਲਬ 50-60 ਕਰੋੜ ਤੋਂ ਜ਼ਿਆਦਾ ਲੋਕ ਹੋ ਗਏ ਜਿਹੜੇ ਗਰੀਬ ਕਿਸਾਨੀ ਨਾਲ ਜੁੜੇ ਨੇ। ਮੋਟਾ ਅੰਦਾਜ਼ਾ ਤਾਂ ਇਹ ਹੈ। ਪਰ ਅਸੀਂ ਤਾਂ ਫਿਰ ਵੀ 9 ਕਰੋੜ ਕਿਸਾਨਾਂ ਨੂੰ ਹੀ ਦੇ ਰਹੇ ਹਾਂ। ਕਿੱਥੇ 50 ਕਰੋੜ ਤੇ ਕਿੱਥੇ 9 ਕਰੋੜ, ਕਿਉਂਕਿ ਇਹ ਅੰਕੜੇ ਨੇ ਨਾ ਜਿਹੜੇ ਮੈਂ ਗੋਦੀ ਮੀਡੀਆ ਦੇ ਕਈ ਚੈਨਲ ਦੇਖ ਰਿਹਾ ਸੀ। ਜੀ। 9 ਕਰੋੜ ਕਿਸਾਨਾਂ ਨੂੰ 18,000 ਕਰੋੜ ਰੁਪਈਆ ਦੇਣਾ ਹੈ, 2,000 ਪ੍ਰਤੀ ਕਿਸਾਨ। ਸਾਲ 'ਚ 6,000 ਦੇਣਾ ਹੈ, ਮਤਲਬ 500 ਰੁਪਇਆ ਪ੍ਰਤੀ ਮਹੀਨਾ। ਜੀ। ਔਰ ਗੋਦੀ ਮੀਡੀਆ ਦੇ ਚੈਨਲ ਐਡੀ ਖੁਸ਼ੀ ਦਿਖਾ ਰਹੇ ਸੀ ਟੈਲੀਵਿਜ਼ਨਾਂ ਤੇ, ਜਿਵੇਂ ਪਤਾ ਨਹੀਂ ਕਿੱਡੀ ਕ੍ਰਾਂਤੀ ਆ ਗਈ ਮੁਲਕ 'ਚ ਪਤਾ ਨਹੀਂ ਕਿਸਾਨਾਂ ਨੂੰ ਇਹਨਾਂ ਨੇ ਕੀ ਦੇ ਦੇਣਾ। 500 ਰੁਪਏ ਤਾਂ ਟਰੈਕਟਰ ਧੋਣ ਵਾਲਾ ਲੈ ਲੈਂਦਾ ਜੀ। ਜੀ। 500 ਰੁਪਏ ਟਰੈਕਟਰ ਧੋਣ ਵਾਲਾ ਲੈ ਲੈਂਦਾ। ਟਰੈਕਟਰ ਜਦੋਂ ਝੋਨੇ ਦੇ ਖੇਤ ਜਾਂਦਾ ਨਾ ਜੀ, ਹੈ ਜੀ, ਜੀ। ਤੇ ਟਾਇਰ ਪੂਰੇ ਲਿਬੜੇ ਹੁੰਦੇ ਨੇ, 500 ਰੁਪਇਆ ਧੋਣ ਵਾਲਾ ਲੈ ਲੈਂਦਾ। ਬਿਲਕੁਲ। ਮਾੜਾ ਜਿਹਾ ਪਲੱਗ ਸਾਫ਼ ਕਰਾਉਣਾ ਪੈ ਜੇ ਨਾ ਜੀ, ਰੇਸ ਦੀ ਤਾਰ ਕਸਾਉਣੀ ਪੈ ਜੇ ਟਰੈਕਟਰ ਦੀ, 500-700 ਤਾਂ ਉਹ ਲੈ ਲੈਂਦੇ ਮਕੈਨਿਕ। ਬਿਲਕੁਲ। ਸੋ ਇਸ ਕਰਕੇ 500 ਰੁਪਇਆ ਮਹੀਨਾ ਔਰ ਐਡਾ ਵੱਡਾ ਸਮਾਗਮ, ਇਹਦੀ ਲੋੜ ਨਹੀਂ ਸੀ ਗਗਨ ਜੀ। ਬਿਲਕੁਲ। ਨਰਿੰਦਰ ਮੋਦੀ ਬਟਨ ਦੱਬ ਕੇ ਜਿਹੜੇ ਇਹ ਪੈਸੇ ਦੇਣੇ, ਇਹ ਕੋਈ ਬਹੁਤ ਵੱਡਾ ਲਾਭ ਥੋੜੀ ਵੰਡ ਰਹੇ ਹਾਂ ਅਸੀਂ। ਬਿਲਕੁਲ। ਕਿ ਅਸੀਂ ਇੰਨਾ ਜ਼ਿਆਦਾ ਪ੍ਰੋਫਿਟ ਮੁਲਕ ਨੇ ਕਮਾ ਲਿਆ ਖੇਤੀਬਾੜੀ 'ਚ ਤੇ ਹੁਣ ਅਸੀਂ ਖੁਸ਼ੀਆਂ ਨਾਲ ਵੰਡੀਏ। ਇਹ ਤਾਂ ਮੁਆਵਜ਼ਾ ਸੀ। ਇਹ ਤਾਂ ਦੁੱਖ ਵਾਲੀ ਗੱਲ ਹੈ ਕਿ ਸਾਨੂੰ ਕਿਸਾਨਾਂ ਨੂੰ ਇੰਜ ਪੈਸੇ ਦੇ ਪੈ ਰਹੇ ਸਰਕਾਰ ਨੂੰ। ਜੀ। ਜਦ ਕਿ ਕਿਸਾਨ ਹੱਕ ਮੰਗ ਰਿਹਾ। ਕਿਸਾਨ ਕਹਿੰਦਾ ਮੈਨੂੰ ਆ ਨਹੀਂ ਚਾਹੀਦੇ। ਕਿੰਨੇ ਕਿਸਾਨਾਂ ਨੇ ਕਿਹਾ ਵੀ ਸਾਨੂੰ 500 ਰੁਪਇਆ ਮਹੀਨਾ ਨਹੀਂ ਚਾਹੀਦਾ, ਮੋਦੀ ਸਾਹਿਬ ਸਾਨੂੰ ਸਾਡੀਆਂ ਫਸਲਾਂ ਦੇ ਮੁੱਲ ਦਿਓ, ਕਿਉਂਕਿ ਪੰਜਾਬ ਦੇ ਦੇਸ਼ ਦੇ ਕਿਸਾਨ ਔਰ ਹਰ ਭਾਰਤੀ ਨਾਗਰਿਕ ਹੱਕ ਤੇ ਹਲਾਲ ਦੀ ਕਮਾਈ ਖਾਣਾ ਚਾਹੁੰਦਾ। ਉਹ ਕਹਿੰਦਾ ਜੋ ਸਾਡਾ ਹੱਕ ਹੈ ਸਾਨੂੰ ਉਹੀ ਚਾਹੀਦਾ। ਸਾਡੇ ਹੱਕ ਦੀਆਂ ਗੱਲਾਂ ਤਾਂ ਹੀ ਹੁੰਦੀਆਂ ਨੇ ਨਾ ਜੀ ਜਦੋਂ ਹੱਕ ਨਹੀਂ ਮਿਲਦੇ। ਬਿਲਕੁਲ। ਸਾਡਾ ਹੱਕ ਕਹਿਣ ਨੂੰ ਵੀ ਕਈ ਲੋਕ ਗਲਤ ਲੈ ਜਾਂਦੇ ਆ ਸਾਡੇ ਮੁਲਕ 'ਚ, ਜੀ। ਵੀ ਸਾਡਾ ਹੱਕ ਕਹਿਤਾ ਜੀ ਇਹਨਾਂ ਨੇ, ਕੀ ਮੰਗਦੇ ਹੋਣੇ। ਬਿਲਕੁਲ। ਇਸ ਤਰ੍ਹਾਂ ਦੇ ਸਵਾਲ ਕਈ ਆਪਣੇ ਜ਼ਿਹਨ 'ਚ ਦਿਮਾਗ 'ਚ ਪਾ ਲੈਂਦੇ ਲੋਕ। ਸੋ ਮੋਦੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਕੱਲ, ਮੈਂ ਤਾਂ ਇਹ ਸੋਚ ਰਿਹਾ ਸੀ, ਪਰਸੋਂ ਦਾ ਜਿਹੜਾ ਟਵੀਟ ਸੀ ਨਾ ਰਾਤ ਦਾ ਨਰਿੰਦਰ ਮੋਦੀ ਉਹਨਾਂ ਦਾ, ਮੈਂ ਪੜ੍ਹਿਆ ਜੀ। ਕਿਉਂਕਿ ਮੈਂ ਪੇਜ ਨਰਿੰਦਰ ਮੋਦੀ ਉਹਨਾਂ ਦਾ ਵੀ ਲਾਈਕ ਕੀਤਾ ਹੋਇਆ। ਤੁਸੀਂ ਵੀ ਕੀਤਾ? ਜੀ। ਪ੍ਰਧਾਨ ਮੰਤਰੀ ਨੇ ਜ਼ਰੂਰ, ਹਰ ਪ੍ਰਧਾਨ ਮੰਤਰੀ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਮੈਂ ਜਦੋਂ ਪੜ੍ਹੀ ਪ੍ਰਧਾਨ ਮੰਤਰੀ ਉਹਨਾਂ ਦੀ ਗੱਲ, ਉਹ ਕਹਿੰਦੇ ਸੀ ਵੀ ਮਤਲਬ ਪਰਸੋਂ ਰਾਤ ਨੂੰ ਕਹਿੰਦੇ ਵੀ ਜਿਹੜਾ ਲੰਘਿਆ ਕੱਲ ਹੈ ਉਹ ਦਿਨ ਬੜਾ ਅਹਿਮ ਹੋਊਗਾ ਖੇਤੀਬਾੜੀ ਦਾ। ਜੀ। ਮੈਂ ਸੋਚਿਆ ਵੀ ਜਾਂ ਤਾਂ ਹੋ ਸਕਦਾ ਖੇਤੀ ਕਾਨੂੰਨਾਂ ਤੇ ਮੋਦੀ ਸਾਹਿਬ ਵੱਡਾ ਦਿਲ ਦਿਖਾ ਦੇਣ ਵੀ ਮੈਂ ਕਿਸਾਨਾਂ ਦੀ ਮਰਜ਼ੀ ਮੁਤਾਬਕ ਫੈਸਲਾ ਕਰਨਾ, ਵੀ ਬਿੱਲ ਮੁਅੱਤਲ ਕਰਦਾ ਜਾਂ ਮੈਂ ਰੱਦ ਕਰਦਾ। ਮੈਂ ਇਹ ਸੋਚਿਆ ਸੀ ਵੀ ਨਾਲੇ ਮੋਦੀ ਸਾਹਿਬ ਕਹਿਣਗੇ ਆਹ ਲਓ 18,000 ਕਰੋੜ ਦਿੰਦੇ ਆ ਕਿਸਾਨਾਂ ਨੂੰ ਜਿਹੜੇ ਸਾਡੇ ਮਜਬੂਰ ਨੇ, ਜ਼ਰੂਰਤਮੰਦ ਨੇ, ਜੀ। ਤੇ ਨਾਲੇ ਖੇਤੀ ਬਿੱਲਾਂ ਨੂੰ ਰੱਦ ਕਰਦੇ ਆ। ਮੈਂ ਇਹ ਸੋਚਿਆ ਸੀ। ਔਰ ਮੈਂ, ਤੁਹਾਨੂੰ ਪਤਾ ਅੱਜ ਮੈਂ ਸਟੂਡੀਓ ਵੀ ਕੱਲ ਜਲਦੀ ਆ ਗਿਆ ਸੀ। ਮੈਂ ਕਿਹਾ ਕਿਤੇ ਮੋਦੀ ਸਾਹਿਬ ਨੇ ਕਾਨੂੰਨ ਰੱਦ ਕਰਤੇ ਤੇ ਤੁਰੰਤ ਨਰਿੰਦਰ ਮੋਦੀ ਉਹਨਾਂ ਦਾ ਧੰਨਵਾਦ ਕਰਾਂਗੇ। ਜੀ। ਪਰ ਜਦੋਂ ਮੈਂ ਉਹਨਾਂ ਦਾ ਭਾਸ਼ਣ ਸੁਣਿਆ ਪੂਰਾ ਟੈਲੀਵਿਜ਼ਨ ਤੇ, ਮੈਂ ਪੂਰੀਆਂ ਅੱਖਾਂ ਲਾ ਕੇ ਸੁਣਿਆ ਭਾਸ਼ਣ,
ਤੇ ਉਹ ਗੱਲਾਂ ਨਰਿੰਦਰ ਮੋਦੀ ਉਹਨਾਂ ਦੀਆਂ ਉਹੀ ਸੀ ਜਿਹੜੀਆਂ ਉਹ ਪਹਿਲਾਂ ਸਧਾਰਨ ਗੱਲਾਂ ਨੇ ਜੀ। ਹੁਣ ਪ੍ਰਧਾਨ ਮੰਤਰੀ ਤਾਂ ਕਹਿੰਦੇ ਵੀ ਪਿਛਲੀਆਂ ਸਰਕਾਰਾਂ ਦੌਰਾਨ ਕਿਸਾਨ ਹੋਰ ਗਰੀਬ ਹੋ ਗਏ। ਹੁਣ ਪਿਛਲੀਆਂ ਸਰਕਾਰਾਂ 'ਚ ਕੱਲੀਆਂ ਕਾਂਗਰਸ ਦੀਆਂ ਤਾਂ ਹੈ ਨਹੀਂ ਸੀ, ਸੰਯੁਕਤ ਮੋਰਚੇ ਦੀਆਂ ਵੀ ਸੀ, ਬੀਜੇਪੀ ਦੀਆਂ ਵੀ ਸੀ। ਸੋ ਇਸ ਕਰਕੇ ਸਮੁੱਚੀ ਤੌਰ ਤੇ ਸਾਰੀਆਂ ਸਰਕਾਰਾਂ ਹੀ ਜ਼ਿੰਮੇਦਾਰ ਨੇ ਜੇ ਕਿਸਾਨ ਗਰੀਬ ਹੋਏ ਨੇ। ਜੀ। ਕਿਸਾਨਾਂ ਦੇ ਹੱਕ 'ਚ ਨੀਤੀਆਂ ਨਹੀਂ ਬਣੀਆਂ। ਠੀਕ ਹੈ, ਨਰਿੰਦਰ ਮੋਦੀ ਉਹਨਾਂ ਨੇ ਕਈ ਖਿੱਤਿਆਂ 'ਚ ਸੁਧਾਰ ਕੀਤਾ, ਧਾਰਾ 370 ਹਟਾਈ ਹੈ, ਮੈਂ ਉਹਦਾ ਹਮਾਇਤੀ ਹਾਂ। ਕਈ ਹੋਰ ਚੰਗੇ ਫੈਸਲੇ ਕੀਤੇ ਨੇ। ਦੇਖੋ, ਨਰਿੰਦਰ ਮੋਦੀ ਦੇ ਰਾਜ 'ਚ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਰਾਮ ਮੰਦਿਰ ਉੱਥੇ ਬਣ ਰਿਹਾ। ਇਹ ਵੀ ਚਲੋ ਇੱਕ ਬਹੁਤ ਵੱਡੇ ਭਾਈਚਾਰੇ ਲਈ ਖੁਸ਼ੀ ਦੀ ਗੱਲ ਸੀ। ਇਹਦਾ ਵੀ ਸਵਾਗਤ ਹੈ ਸੁਪਰੀਮ ਕੋਰਟ ਦੇ ਫੈਸਲੇ ਦਾ। ਜੀ। ਹਾਂਜੀ, ਮੁਲਕ 'ਚ ਨਰਿੰਦਰ ਮੋਦੀ ਉਹਨਾਂ ਨੇ ਸੁਝਾਅ ਦਿੱਤਾ ਕਿ ਇੱਕ ਮੁਲਕ ਹੈ, ਇੱਕੋ ਟਾਈਮ ਚੋਣਾਂ ਹੋ ਜਾਣੀਆਂ ਚਾਹੀਦੀਆਂ ਨੇ, ਮੈਂ ਉਹਦਾ ਵੀ ਹਮਾਇਤੀ ਹਾਂ। ਅਗਰ ਇੱਕੋ ਵਾਰੀ ਪੂਰੇ ਮੁਲਕ 'ਚ ਚੋਣਾਂ ਹੋ ਜਾਣ ਤੇ ਇੱਕੋ ਵਾਰੀ 5 ਸਾਲਾਂ ਦਾ ਕੰਮ ਨਿਬੜੇ ਜੀ। ਪਰ ਜ਼ਰੂਰੀ ਨਹੀਂ ਕਿ ਪ੍ਰਧਾਨ ਮੰਤਰੀ ਦਾ ਜਾਂ ਸਰਕਾਰ ਦਾ ਹਰ ਫੈਸਲਾ ਹਰ ਖਿੱਤੇ ਲਈ ਫਾਇਦੇਮੰਦ ਹੋਵੇ। ਹੁਣ ਕਿਸਾਨੀ ਸੈਕਟਰ ਬੜਾ ਜ਼ਰੂਰੀ ਹੈ ਪੰਜਾਬ ਵਾਲਾ। ਪੰਜਾਬ ਦੀ ਖੇਤੀਬਾੜੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਕਣਕ ਝੋਨਾ ਮੁੱਖ ਫਸਲ ਹੈ, ਔਰ ਕਿਤੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ 'ਚ ਪੰਜਾਬ ਦੀ ਕਣਕ ਝੋਨੇ ਨਾਲ ਜੁੜੀ ਆਰਥਿਕਤਾ ਤੇ ਕਣਕ ਝੋਨੇ ਨਾਲ ਜੁੜੀ MSP ਦੇ ਮੁੱਦੇ ਤੇ ਗੱਲ ਨਹੀਂ ਕੀਤੀ ਜੀ। ਪ੍ਰਧਾਨ ਮੰਤਰੀ ਸਾਹਿਬ ਸਿਰਫ ਇਹੀ ਕਹਿ ਰਹੇ ਨੇ ਵੀ ਇਹ 3 ਕਾਨੂੰਨ ਚੰਗੇ ਨੇ, ਇਹਨਾਂ ਕਾਨੂੰਨਾਂ ਦੇ ਪ੍ਰਤੀ ਵਿਰੋਧੀ ਧਿਰਾਂ ਝੂਠ ਫੈਲਾ ਰਹੀਆਂ ਨੇ। ਹੈ ਜੀ, ਕਹਿੰਦੇ ਵਿਰੋਧੀ ਧਿਰਾਂ ਨੇ ਜਿਹੜੇ ਉਹ ਆਪਣਾ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਵਿਰੋਧੀ ਧਿਰਾਂ ਨੂੰ ਮੋਦੀ ਸਾਹਿਬ ਕੌਣ ਪੁੱਛਦਾ? ਵਿਰੋਧੀ ਧਿਰ ਹੈ ਕਿੱਥੇ ਹੈ? ਵਿਰੋਧੀ ਧਿਰ ਦਾ ਲੀਡਰ ਹੈ ਨਹੀਂ ਪਾਰਲੀਮੈਂਟ 'ਚ। ਹੈ ਜੀ, ਸਾਡੇ ਦੇਸ਼ ਦੀ ਪਾਰਲੀਮੈਂਟ ਦਾ ਤੁਸੀਂ ਸਥਿਤੀ ਦੇਖੋ, ਸਾਡੇ ਵਿਰੋਧੀ ਧਿਰ ਦਾ ਲੀਡਰ ਹੈ ਨਹੀਂ। ਕਾਂਗਰਸ ਵਿਰੋਧੀ ਧਿਰ ਬਣਨ ਜੋਗੀਆਂ ਸੀਟਾਂ ਨਹੀਂ ਜਿੱਤ ਸਕੀ। ਬਿਲਕੁਲ। ਕਾਂਗਰਸ 50 ਤੋਂ ਪਾਰ ਨਹੀਂ ਹੋ ਸਕੀ ਜੀ। ਵਿਰੋਧੀ ਧਿਰ ਦਾ ਲੀਡਰ ਹੀ ਹੈ ਨਹੀਂ ਕੋਈ ਚੁਣਿਆ ਹੋਇਆ ਜੀ। ਸੋ ਇੱਕ ਪਾਸੇ ਹੁਣ ਵਿਰੋਧੀ ਧਿਰ ਦਾ ਲੀਡਰ ਸਾਡੇ ਲੋਕਾਂ ਨੇ, ਮਤਲਬ ਕਾਂਗਰਸ ਜਿਹਨੇ ਮੁਲਕ ਆਜ਼ਾਦ ਕਰਾਉਣ 'ਚ ਵੱਡੀ ਭੂਮਿਕਾ ਅਦਾ ਕੀਤੀ, ਅਕਾਲੀ ਦਲ ਜਿਹਨੇ ਮੁਲਕ ਆਜ਼ਾਦ ਕਰਾਉਣ 'ਚ ਵੱਡੀ ਜਦੋਜਹਿਦ ਕੀਤੀ, 2 ਸੀਟਾਂ ਤਾਂ ਅਕਾਲੀ ਦਲ ਦੀਆਂ ਨੇ। ਸੁਖਬੀਰ ਤੇ ਹਰਸਿਮਰਤ ਤੋਂ ਬਿਨਾਂ ਅਕਾਲੀ ਦਲ ਕਿਹੜਾ ਪਾਰਲੀਮੈਂਟ 'ਚ? अब कांग्रेस 46 47 ਜਾਂ 48 ਸੀਟਾਂ ਹੋਣਗੀਆਂ ਮੇਰੇ ਖਿਆਲ, 50 ਤੋਂ ਹੇਠਾਂ ਨਹੀਂ, ਮੈਨੂੰ ਇੰਨਾ ਪਤਾ ਜੀ। 300 ਤੋਂ ਵੱਧ ਕੱਲੀਆਂ ਮੋਦੀ ਸਾਹਿਬ ਦੀਆਂ ਸੀਟਾਂ ਨੇ ਬੀਜੇਪੀ ਦੀਆਂ। ਫਿਰ ਆ ਸਾਰਾ ਇਹਨਾਂ ਦਾ NDA ਗਠਬੰਧਨ ਜੋੜ ਕੇ ਦੇਖੋ ਕਿੰਨੀਆਂ ਸੀਟਾਂ ਇਹਨਾਂ ਦੀਆਂ ਜੀ। ਵਿਰੋਧੀਆਂ ਦੀ ਐਡੀ ਤਾਕਤ ਕਿੱਥੇ ਹੈ ਮੋਦੀ ਸਾਹਿਬ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਜਾਣ। ਨਾਲੇ ਜਿਹਨੇ ਹਰਾ ਝੰਡਾ ਚੱਕ ਲਿਆ ਨਾ ਜੀ, ਉਹ ਫਿਰ ਇੱਧਰ ਉੱਧਰ ਪੋਲੀਟੀਕਲ ਪਾਰਟੀਆਂ ਦੀ ਗੱਲ ਨਹੀਂ ਸੁਣਦਾ। ਹਰੀ ਕ੍ਰਾਂਤੀ ਐਵੇਂ ਨਹੀਂ ਆਉਂਦੀ ਮੋਦੀ ਸਾਹਿਬ। ਬਿਲਕੁਲ। ਮੈਂ ਬੜੇ ਲੇਖ ਲਿਖਿਆ ਜੀ ਹਰੀ ਕ੍ਰਾਂਤੀ ਤੇ, ਜਦੋਂ ਮੈਂ ਪੜ੍ਹਦਾ ਹੁੰਦਾ ਸੀ ਗਗਨ ਜੀ ਕਾਲਜ 'ਚ ਸਕੂਲ 'ਚ ਜੀ। ਹਰੀ ਕ੍ਰਾਂਤੀ ਤੇ ਲੇਖ, ਮਤਲਬ ਕਿ ਹਰੀ ਕ੍ਰਾਂਤੀ ਨੂੰ ਮੈਂ ਸਮਝਦਾ ਕਿ ਹਰੀ ਕ੍ਰਾਂਤੀ ਕਿਵੇਂ ਆਈ। ਖੇਤੀਬਾੜੀ ਯੂਨੀਵਰਸਿਟੀ ਮੈਂ ਬੜਾ ਘੁੰਮਿਆ ਜੀ। ਕਿੰਨੀ ਜਦੋਜਹਿਦ ਸਾਡੇ ਕਿਸਾਨਾਂ ਨੇ ਕੀਤੀ, ਜ਼ਮੀਨਾਂ ਖਰਾਬ ਕੀਤੀਆਂ, ਸਾਡੀਆਂ ਜ਼ਮੀਨਾਂ 'ਚ ਜਿਪਸਮ ਘਟ ਗਿਆ, ਉਪਜਾਊ ਸ਼ਕਤੀ ਘਟ ਗਈ, ਪਾਣੀ ਸਾਡੇ ਹੇਠਾਂ ਚੱਲ ਗਏ। ਛੋਟੇ ਛੋਟੇ ਟਿਊਬਲਾਂ ਤੋਂ ਦੇਖੋ 5-5 7-7 ਫੁੱਟ ਤੇ ਪੰਜਾਬ 'ਚ ਪਾਣੀ ਆ ਜਾਂਦਾ ਸੀ ਜੀ। ਸਾਰਾ ਝੋਨੇ ਨੇ ਬਰਬਾਦ ਕੀਤਾ। ਬਿਲਕੁਲ। ਆ ਛੋਟੇ ਛੋਟੇ ਨਲਕੇ ਬੰਬੀਆਂ ਕਹਿੰਦੇ ਹੁੰਦੇ ਸੀ ਪਿੰਡਾਂ 'ਚ। ਆ ਬੰਬੀ ਵਾਲਾ ਕਿੰਨਾ ਮਿੱਠਾ ਪਾਣੀ ਸੀ। ਇੱਕ ਵਾਰ ਗੇੜੋ ਬੰਬੀ ਦਾ ਪਾਣੀ ਬਾਹਰ ਆਉਂਦਾ ਸੀ। ਲੈ ਹੁਣ ਤੁਹਾਨੂੰ ਨਲਕੇ ਨਹੀਂ ਪੰਜਾਬ 'ਚ ਲੱਭਣੇ। ਨਲਕਿਆਂ ਦੀ ਥਾਂ ਤੇ ਆ 10-10 ਲੱਖ ਦੇ ਲੱਗਦੇ ਆ ਸਮਰਸੀਬਲ ਪੰਪ। ਮੋਦੀ ਸਾਹਿਬ 10-10 ਲੱਖ ਦੇ ਸਮਰਸੀਬਲ ਪੰਪ ਹੈ ਨੀ ਜੀ। ਸੋ ਤੁਸੀਂ 10-10 ਲੱਖ ਸਾਰਾ ਝੋਨੇ ਤੇ ਕਣਕ ਤੇ ਲੱਗ ਰਿਹਾ। 10 ਲੱਖ ਦਾ ਸਮਰਸੀਬਲ ਪੰਪ ਲਾਉਣਾ ਪੈਂਦਾ। ਸੋ ਖੇਤੀ ਕਰਨੀ ਕੋਈ ਆਸਾਨ ਨਹੀਂ ਰਹਿ ਗਈ ਪੰਜਾਬ ਦੇ ਵਿੱਚ। ਪਾਣੀ ਐਡਾ ਹਮੇਸ਼ਾ ਨੀਵਾਂ ਚੱਲ ਗਿਆ ਸਾਡਾ ਪੰਜਾਬ ਦਾ। ਕਿਸੇ ਵੀ ਸਮੇਂ ਖਬਰ ਆ ਸਕਦੀ ਹੈ ਮੋਦੀ ਸਾਹਿਬ ਪੰਜਾਬ ਬੰਜਰ ਹੋਣਾ ਸ਼ੁਰੂ ਹੋ ਗਿਆ ਹੈ ਗਗਨ ਜੀ। ਆ ਐਤਕੀ ਜਦੋਂ ਜੂਨ ਜੁਲਾਈ ਦਾ ਮਹੀਨਾ ਹੋਣਾ ਨਾ, ਪੰਜਾਬ ਦੇ ਕਿਸੇ ਵੀ ਹਿੱਸੇ ਚੋਂ, ਮਾਲਵੇ ਮਾਝੇ ਜਾਂ ਦੁਆਬੇ ਚੋਂ ਇਹ ਖਬਰ ਆ ਸਕਦੀ ਹੈ ਵੀ ਸਮਰਸੀਬਲ ਪੰਪ ਵੀ ਪਾਣੀ ਕੱਢਣਾ ਛੱਡ ਗਿਆ। ਬਿਲਕੁਲ। ਬੰਜਰ ਹੋ ਗਿਆ ਪੰਜਾਬ, ਸ਼ੁਰੂ ਹੋ ਗਿਆ ਬੰਜਰ ਹੋਣਾ। ਕਿੰਨੇ ਬਲਾਕ ਨੇ ਪੰਜਾਬ 'ਚ, ਉੱਥੇ ਸਥਿਤੀਆਂ ਖਤਰਨਾਕ ਹੱਦ ਤੱਕ ਚੱਲ ਗਈਆਂ। ਮੋਦੀ ਸਾਹਿਬ ਇਸ ਵਿਸ਼ੇ ਨੂੰ ਤੁਸੀਂ ਆਪਣੇ ਧਿਆਨ 'ਚ ਲਿਆਓ, ਇਹਦੇ ਤੇ ਗੱਲ ਕਰੋ ਮੋਦੀ ਸਾਹਿਬ। ਮੰਚ ਤੇ ਤੁਸੀਂ ਇਹ ਦੁੱਖ ਵੀ ਪ੍ਰਗਟ ਕਰੋ ਪੰਜਾਬ ਦੇ ਕਿਸਾਨ ਦਾ, ਜਾਂ ਪੰਜਾਬ ਦੇ ਕਿਸਾਨ ਦੀ ਗੱਲ ਸਮਝੋ। ਬਤੌਰ ਪ੍ਰਧਾਨ ਮੰਤਰੀ ਜ਼ਿੰਮੇਵਾਰੀ ਤੁਹਾਡੀ ਹੈ, ਆਸ ਤੁਹਾਡੇ ਤੇ ਹੈ। ਸੋ ਜਿਹੜੀਆਂ ਗੱਲਾਂ ਮੋਦੀ ਸਾਹਿਬ ਨੇ ਕੀਤੀਆਂ ਉਹ ਸਧਾਰਨ ਗੱਲਾਂ ਸੀ ਗਗਨ ਜੀ। ਇਹਨਾਂ ਗੱਲਾਂ ਤੋਂ ਬਾਅਦ ਦੇਖੋ
6000 ਰੁਪਏ ਕਿਸਾਨਾਂ ਨੂੰ ਦੇਣਾ ਮੈਂ ਕੋਈ ਉਪਲਬਧੀ ਨਹੀਂ ਮੰਨਦਾ। ਸਮੇਂ-ਸਮੇਂ ਤੇ ਸਰਕਾਰਾਂ ਜ਼ਰੂਰਤਮੰਦ ਲੋਕਾਂ ਨੂੰ ਅਨਾਜ ਵੀ ਵੰਡਦੀਆਂ ਨੇ, ਰਾਸ਼ਨ ਵੀ ਵੰਡਦੀਆਂ ਨੇ, ਕਿਉਂਕਿ ਸਰਕਾਰ ਇਸੇ ਕਰਕੇ ਚੁਣੀ ਜਾਂਦੀ ਆ। ਸਰਕਾਰ ਆਪਾਂ ਇਸੇ ਕਰਕੇ ਚੁਣਦੇ ਆ ਨਾ ਜੀ। ਸੋ ਇਸ ਕਰਕੇ ਬਹੁਤ ਉਸਾਰੂ ਰੂਪ ਚ ਨਰਿੰਦਰ ਮੋਦੀ ਉਹਨਾਂ ਨੂੰ ਸੋਚਣਾ ਪੈਣਾ। ਦੇਖੋ, ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਇਹਨਾਂ ਤਿੰਨਾਂ ਕਾਨੂੰਨਾਂ ਨਾਲ MSP ਦਾ ਕੋਈ ਸੰਬੰਧ ਨਹੀਂ। ਸਿੱਧੇ ਰੂਪ ਚ ਇਹਨਾਂ ਤਿੰਨਾਂ ਕਾਨੂੰਨਾਂ ਦੇ ਨਾਲ ਪੰਜਾਬ ਦੀ ਖੇਤੀਬਾੜੀ ਦਾ ਬਹੁਤ ਗਹਿਰਾ ਸੰਬੰਧ ਹੈ। ਮੁਲਕ ਦੇ ਦੇਖੋ, ਮੈਂ ਹਰ ਰੋਜ਼ ਮੈਂ ਕਹਿੰਦਾ ਗਗਨ, ਪੰਜਾਬ ਹਰਿਆਣੇ ਦੀ ਸਥਿਤੀ ਅਲੱਗ ਹੈ, ਜੰਮੂ ਕਸ਼ਮੀਰ ਦੀ ਅਲੱਗ ਹੈ, ਹਿਮਾਚਲ ਦੀ ਅਲੱਗ ਹੈ। ਹਿਮਾਚਲ ਦੇ ਤਾਂ ਸੇਬ ਹੈ, ਜੰਮੂ ਕਸ਼ਮੀਰ ਹਿਮਾਚਲ ਸੇਬ ਹੈ, ਫਰੂਟ ਹੈ ਜੀ, ਹੈ ਜੀ। ਕਿਸੇ ਹਿੱਸੇ 'ਚ ਕੇਲਾ ਜ਼ਿਆਦਾ ਹੈ, ਕਿਸੇ ਹਿੱਸੇ 'ਚ ਗੰਨਾ ਜ਼ਿਆਦਾ ਹੈ, ਕਿਸੇ ਹਿੱਸੇ 'ਚ ਦਾਲਾਂ ਜ਼ਿਆਦਾ ਨੇ, ਕਿਤੇ ਮੂੰਗੀ ਜ਼ਿਆਦਾ ਹੈ। ਆ ਨਾਸਿਕ ਵਾਲੇ ਨੇ ਪਿਆਜ਼ ਉੱਥੇ ਬਹੁਤ ਜ਼ਿਆਦਾ ਹੈ ਜੀ, ਹੈ ਜੀ। ਆ ਸਾਡੇ ਪੰਜਾਬ 'ਚ ਮਾਲਵੇ 'ਚ ਕਿੰਨੂ ਬਹੁਤ ਹੈ, ਇੱਧਰ ਚੂਪਣ ਵਾਲਾ ਅੰਬ ਬਹੁਤ ਹੈ, ਹੁਸ਼ਿਆਰਪੁਰ ਨਵਾਂ ਸ਼ਹਿਰ ਵਾਲੇ ਪਾਸੇ। ਸੋ ਮੁਲਕ 'ਚ ਸਾਰੀਆਂ ਆ ਪੰਜਾਬ ਹਰਿਆਣੇ 'ਚ ਕਣਕ ਝੋਨਾ ਹੈ, ਹਰਿਆਣੇ 'ਚ ਤਾਂ ਬਾਜਰੇ ਵਾਲੇ ਵੀ ਹੈਗੇ, ਸਹੀ ਹੈ ਹੈ ਜੀ। ਪੰਜਾਬ 'ਚ ਤਾਂ ਘਟ ਗਿਆ ਜਵਾਰ ਬਾਜਰਾ ਨਾ ਜੀ। ਕੌਣ ਖਾਂਦਾ ਹੁਣ ਰੋਟੀ ਜਵਾਰ ਬਾਜਰੇ ਦੀ? ਬਹੁਤ ਘੱਟ ਲੋਕ ਖਾਂਦੇ। ਮੈਂ 5-6 ਦਿਨ ਮੈਂ ਖਾਣਾ ਜੀ, ਮੈਂ ਕਣਕ ਦੀ 1-2 ਦਿਨ ਖਾਣਾ, ਜਵਾਰ ਬਾਜਰਾ ਮੱਕੀ ਬਾਰੀ ਇਹ ਖਾਈਦੀਆਂ, ਸਾਰਿਆਂ ਨੂੰ ਖਾਣੀਆਂ ਚਾਹੀਦੀਆਂ। ਹੁਣ ਇਹ ਸਾਰੀਆਂ ਸਥਿਤੀਆਂ MSP ਨਾਲ ਜਾ ਕੇ ਜੁੜਦੀਆਂ ਨੇ। ਅੱਲਾ ਮੱਕੀ ਪੰਜਾਬ 'ਚ ਕਿੰਨੀ ਕਿਸਾਨ ਬੀਜਣ ਲੱਗੇ, ਬਾਸਮਤੀ। ਆ ਬਾਸਮਤੀ ਨਹੀਂ ਚੱਕੀ ਜਾਂਦੀ ਮੋਦੀ ਸਾਹਿਬ। ਇਹਨਾਂ ਕਾਨੂੰਨਾਂ ਦੇ ਨਾਲ ਆਪਣੇ ਆਪ ਹੀ ਜੁੜ ਗਈ ਆ ਕੇ MSP। ਤੁਸੀਂ ਲੱਖ ਕਹੀ ਜਾਓ, ਮੁਲਕ 'ਚ ਦਾਜ ਬੰਦ ਹੋ ਗਏ ਗਗਨ। ਦਾਜ ਦੇਣਾ ਅਪਰਾਧ ਹੈ, ਬੰਦ ਹੋ ਗਏ ਦਾਜ। ਆ ਮਹਾਮਾਰੀ ਨੇ ਜ਼ਰੂਰ ਕਰਤੇ ਵੀ 4 ਬੰਦੇ ਹੁਣ ਜਾ ਕੇ ਮੰਦਿਰ 'ਚ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਕਰੋ, ਆਪਣੇ ਫੇਰੇ ਲਓ, ਵਿਆਹ ਕਰੋ ਜੀ, ਹੈ ਜੀ। ਦਾਜ ਬੰਦ ਹੋਇਆ। ਆ ਕਿੰਨੇ ਕਿਸਾਨ ਤਾਂ ਦਾਜ ਕਰਕੇ ਕਰਜ਼ਾਈ ਨੇ। ਬਿਲਕੁਲ। ਅਬ ਸਥਿਤੀਆਂ ਨੇ, ਬੈਂਕਾਂ ਵਾਲੇ ਲੋਨ ਦਿੰਦੇ ਸੀ ਤੇ ਕਿਸਾਨ ਲੋਨ ਚੱਕ ਕੇ ਧੀ ਦਾ ਵਿਆਹ ਕਰਦੇ ਸੀ। ਆ ਦਾਜ। ਹੁਣ ਖੇਤੀ ਕਾਨੂੰਨਾਂ ਨਾਲ MSP ਕਿਵੇਂ ਜੁੜੀ? ਜਿਵੇਂ ਦਾਜ ਵਿਆਹ ਨਾਲ ਜੁੜਿਆ ਜੀ, ਮੋਦੀ ਸਾਹਿਬ, ਜਿਵੇਂ ਦਾਜ ਵਿਆਹ ਨਾਲ ਜੁੜਿਆ ਨਾ, ਜਿਵੇਂ ਦੀਵਾਲੀ ਨਾਲ ਸ਼ਰਾਬ ਜੁੜੀ ਹੈ, ਜਿਵੇਂ ਸਰਕਾਰਾਂ ਨਾਲ ਸ਼ਰਾਬ ਜੁੜੀ ਹੈ। ਸਰਕਾਰ ਕਹਿੰਦੀ ਸ਼ਰਾਬ ਪੀਣਾ ਮਾੜੀ ਗੱਲ ਹੈ ਜੀ, ਤੇ ਠੇਕੇ ਸਰਕਾਰ ਖੁਲਾ ਦਿੰਦੀ ਹੈ ਵੀ ਖੋਲੋ ਠੇਕੇ। ਸ਼ਰਾਬ ਪੀਣਾ ਮਾੜੀ ਗੱਲ ਹੈ, ਨਸ਼ਿਆਂ ਤੋਂ ਬਚੋ ਪਰ ਠੇਕੇ ਖੋਲਾਂਗੇ ਜੀ। ਨਸ਼ਿਆਂ ਤੋਂ ਬਚੋ, ਬਾਹਰ ਨਾ ਨਿਕਲੋ, ਕਰਫਿਊ ਲੱਗਿਆ, ਕੋਵਿਡ ਤੋਂ ਬਚੋ ਪਰ ਠੇਕੇ ਖੋਲਣਗੇ ਰੰਗ ਬਰੰਗੀਆਂ ਲਾਈਟਾਂ ਲਾ ਕੇ ਜੀ। ਖੇਤੀਬਾੜੀ ਕਾਨੂੰਨਾਂ ਦੇ ਨਾਲ ਇੰਜ MSP ਦਾ ਸੰਬੰਧ ਹੈ। ਸਰਕਾਰ ਕਹਿੰਦੀ ਨਸ਼ੇ ਨਾ ਕਰੋ ਪਰ ਠੇਕੇ ਖੁੱਲਣਗੇ। ਸਰਕਾਰ ਕਹਿੰਦੀ ਖੇਤੀ ਕਾਨੂੰਨਾਂ ਦਾ MSP ਨਾਲ ਕੋਈ ਸੰਬੰਧ ਨਹੀਂ, ਪਰ ਫਸਲ ਨਹੀਂ ਚੱਕੀ ਜਾਣੀ MSP ਤੇ ਜੀ। ਖੇਤੀ ਕਾਨੂੰਨਾਂ 'ਚ ਸਾਰਾ ਕੁਝ ਹੀ ਆ ਗਿਆ। ਇੱਕ ਕਹਾਵਤ ਹੈ, ਮੈਂ ਪੜ੍ਹਦਾ ਹੁੰਦਾ ਸੀ, ਪਤਾ ਨਹੀਂ ਮੁਹਾਵਰਾ ਪਤਾ ਨਹੀਂ ਕਹਾਵਤ ਹੈ, ਮੈਂ ਤਕਨੀਕੀ ਤੌਰ ਤੇ ਫਰਕ ਨਹੀਂ ਕਰ ਪਾ ਰਿਹਾ। ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ ਜੀ। ਕਹਾਵਤ ਹੈ ਨਾ, ਕਿਤਾਬਾਂ ਛਪੀ ਹੁੰਦੀ ਜੀ। ਸੋ ਬਹੁਤ ਸਾਰੀਆਂ ਗੱਲਾਂ ਨੇ ਖੇਤੀ ਕਾਨੂੰਨਾਂ ਦੇ ਨਾਲ MSP ਜੁੜੀ ਹੈ। ਮੋਦੀ ਸਾਹਿਬ, ਆਪਾਂ ਜਿੰਨਾ ਮਰਜ਼ੀ ਕਹਿ ਲਈਏ ਨਹੀਂ ਜੁੜੀ ਹੈ। ਸਿੱਧੇ ਰੂਪ ਦੇ ਵਿੱਚ ਭਾਰਤ ਦਾ ਹਰ ਵਿਅਕਤੀ ਖੇਤੀ ਨਾਲ ਆ ਕੇ ਜੁੜ ਗਿਆ। ਹੌਜ਼ਰੀ ਖੇਤੀ ਨਾਲ ਜੁੜ ਗਈ, ਸਾਈਕਲ ਉਦਯੋਗ ਖੇਤੀਬਾੜੀ ਨਾਲ ਜੁੜ ਗਿਆ। ਪੰਜਾਬ ਦੀ ਸਾਰੀ ਆਰਥਿਕਤਾ ਖੇਤੀ ਨਾਲ ਜੁੜ ਗਈ ਆ ਕੇ ਜੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਗਗਨ ਕਿ ਜਦ ਤੱਕ ਨਰਿੰਦਰ ਮੋਦੀ ਉਹਨਾਂ ਨੂੰ ਪੰਜਾਬ ਤੇ ਹਰਿਆਣੇ ਦੀ ਖੇਤੀਬਾੜੀ ਦੇ ਮਾਡਲ ਦੀ ਚੰਗੀ ਤਰ੍ਹਾਂ ਕੱਲੀ ਕਮੀ ਨਹੀਂ ਦੱਸੀ ਜਾਂਦੀ, ਬਾਕੀ ਮੰਤਰੀਆਂ ਨੇ ਤਾਂ ਸਮਝਣਾ ਨਹੀਂ ਛੇਤੀ ਜੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੀ ਸ਼ਖਸੀਅਤ ਤਾਂ ਵਿਰਲੀ ਹੁੰਦੀ ਆ ਜੀ, ਹੈ ਜੀ। ਬਾਕੀ ਮੰਤਰੀਆਂ ਦੀ ਮੈਂ ਕਈ ਵਾਰੀ ਗੱਲ ਸੁਣਦਾ, ਉਹ ਤਾਂ ਹਵਾਲੇ ਨਾਲ ਹੀ ਮੋਦੀ ਸਾਹਿਬ ਦੀ ਗੱਲ ਕਰਦੇ। ਉਹ ਕਹਿੰਦੇ ਮੋਦੀ ਸਾਹਿਬ ਨੇ ਜੋ ਕਰ ਦਿਆ ਉਹ ਠੀਕ ਹੈ ਜੀ। ਉਹਨਾਂ ਦਾ ਆਪਣਾ ਵਿਜ਼ਨ ਮੈਨੂੰ ਘੱਟ ਲੱਗਦਾ ਹੈ। ਚਲੋ ਠੀਕ ਹੈ, ਮੋਦੀ ਸਾਹਿਬ ਦੇ ਵਿਜ਼ਨ ਨੂੰ ਹੀ ਵਿਜ਼ਨ ਮੰਨ ਕੇ ਅੱਗੇ ਵਧਣ, ਪਰ ਮੋਦੀ ਸਾਹਿਬ ਤੱਕ ਗੱਲ ਤਾਂ ਸਹੀ ਲੈ ਕੇ ਜਾਣ, ਹੈ ਜੀ। ਕਈ ਵਾਰੀ ਪ੍ਰਿੰਸੀਪਲ ਬਹੁਤ ਸਿਆਣਾ ਹੁੰਦਾ ਹੈ ਤੇ ਬਹੁਤ ਦਬਕੇ ਵਾਲਾ ਹੁੰਦਾ ਹੈ। ਅਧਿਆਪਕ ਡਰਦੇ ਪ੍ਰਿੰਸੀਪਲ ਨਾਲ ਗੱਲ ਹੀ ਨਹੀਂ ਕਰਦੇ, ਬੱਚਿਆਂ ਦੀ ਗੱਲ ਹੀ ਨਹੀਂ ਪਹੁੰਚਦੀ ਪ੍ਰਿੰਸੀਪਲ ਤੱਕ, ਹੈ ਜੀ। ਬਿਲਕੁਲ। ਸੋ ਸਥਿਤੀਆਂ ਉਹੀ ਹੋਈਆਂ ਨੇ। ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਇੰਨੇ ਡਿਸਪਲਿਨਡ ਨੇ, ਸਖਤ ਨੇ, ਇਮਾਨਦਾਰ ਨੇ, ਵਿਜ਼ਨਰੀ ਨੇ। ਦੂਜੇ ਮੰਤਰੀ ਗੱਲ ਹੀ ਨਹੀਂ ਕਰ ਪਾਉਂਦੇ। ਅਮਿਤ ਸ਼ਾਹ ਨੂੰ ਛੱਡ ਦਿੰਦੇ ਆ ਵਿੱਚੋਂ ਜੀ। ਅਮਿਤ ਸ਼ਾਹ ਉਹਨਾਂ ਦਾ ਪੰਜਾਬ ਤੇ ਹਰਿਆਣੇ ਦੀ ਖੇਤੀ ਨਾਲ ਉਹਨਾਂ ਦਾ ਵੀ ਜ਼ਿਆਦਾ ਸੰਬੰਧ ਨਹੀਂ ਜੀ। ਉਹਨਾਂ ਦਾ ਬਿਆਨ ਵੀ ਆਇਆ, ਕਹਿੰਦੇ ਕਿ ਜੇਕਰ
ਕਿਸੇ ਵੀ ਰਾਜਨਾਥ ਸਿੰਘ ਉਹਨਾਂ ਦਾ ਅਮਿਤ ਸ਼ਾਹ ਤੇ ਰਾਜਨਾਥ ਹੋਣਾ। ਅਮਿਤ ਸ਼ਾਹ ਹੁਣੇ ਕਹਿੰਦੇ ਕਿ ਜੇਕਰ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਉਦੋਂ ਤੱਕ ਕਿਸਾਨਾਂ ਦੀ ਕਿਸੇ ਦੀ ਵੀ ਜਿਹੜੀ ਜ਼ਮੀਨ ਹੈ ਕੋਈ ਵੀ ਕੰਪਨੀ ਦੱਬ ਨਹੀਂ ਸਕੇਗੀ। ਵੀ ਦੇਖੋ ਗੱਲ ਤਾਂ ਉਹੀ ਆ ਗਈ ਨਾ ਵੀ ਜਿੰਨੀ ਦੇਰ ਨਰਿੰਦਰ ਮੋਦੀ ਬੈਠੇ ਉਨੀ ਦੇਰ ਡਰਨ ਦੀ ਲੋੜ ਨਹੀਂ। ਗੱਲ ਬਿਲਕੁਲ ਠੀਕ ਹੈ, ਪਰ ਦੁਨੀਆ 'ਚ ਕਿਸੇ ਨੇ ਸਦਾ ਨਹੀਂ ਰਹਿਣਾ ਜੀ। ਆ ਮੁਲਕ ਆਜ਼ਾਦ ਹੋਏ ਨੂੰ ਕਿੰਨਾ ਸਮਾਂ ਹੋ ਗਿਆ। ਦੇਖੋ ਮਨਮੋਹਨ ਸਿੰਘ ਉਹਨਾਂ ਨੇ ਇਕਨੋਮੀ ਕਿੰਨੀ ਵਧੀਆ ਬਣਾ ਲਈ ਸੀ, ਉਹ ਇਕਨੋਮੀ ਨਹੀਂ ਰਹੀ ਜੀ। ਸਰਕਾਰ ਸਾਡੀ ਕਾਬਲ ਹੈ, ਪਰ ਆ ਵਿੱਚ ਮਹਾਮਾਰੀ ਆ ਗਈ ਜੀ। ਆ ਕੋਵਿਡ ਨੂੰ ਆਪਾਂ ਕਿਵੇਂ ਇਗਨੋਰ ਕਰ ਸਕਦੇ ਹਾਂ, ਅੱਖੋਂ ਪਰੋਖੇ ਕਰ ਸਕਦੇ ਹਾਂ। ਕੋਵਿਡ ਨੇ ਤਹਿਸ ਨਹਿਸ ਕਰਤੀ ਇਕਨੋਮੀ ਜੀ। ਹੈ ਗਗਨ ਜੀ। ਹੁਣ ਜੇ 5 ਸਾਲ ਬਾਅਦ ਨਰਿੰਦਰ ਮੋਦੀ ਸਾਹਿਬ ਸਾਡੇ, ਦੇਖੋ ਇਹ ਆਪ ਹੀ ਕਹਿੰਦੇ ਨੇ ਨਾ ਸਾਰਿਆਂ ਨੂੰ ਵੀ 75 ਸਾਲ ਤੋਂ ਬਾਅਦ ਰਿਟਾਇਰ ਕਰ ਦਿਓ, 5 ਨਹੀਂ 7 ਨਹੀਂ 10 ਨਹੀਂ, ਜੇ ਨਰਿੰਦਰ ਮੋਦੀ ਸਾਹਿਬ ਰਿਟਾਇਰ ਹੋ ਗਏ ਜੀ ਫੇਰ ਕੌਣ ਸਾਂਭੂ ਖੇਤੀਬਾੜੀ। ਪ੍ਰਥਾ ਤਾਂ ਸਾਨੂੰ ਨਿਯਮ ਕਾਨੂੰਨ ਨੇ ਜਿਹੜੇ ਗਗਨ ਸਾਨੂੰ ਬਹੁਤ ਸੋਚ ਸਮਝ ਕੇ ਬਣਾਉਣੇ ਪੈਣਗੇ। ਜੇ ਦੇਖੋ ਹੁਣ ਮੈਂ ਬਹੁਤ ਸਾਰੇ ਮੰਤਰੀਆਂ ਦੀ ਗੱਲ ਸੁਣਦਾ, ਦੇਖੋ ਨਰਿੰਦਰ ਮੋਦੀ ਉਹਨਾਂ ਨੇ ਜਿਹੜੇ ਕਾਨੂੰਨ ਬਣਾਏ ਸਾਰਾ ਕੁਝ ਬਣਾਇਆ। ਮੈਂ ਹੁਣ ਜਦੋਂ ਮੰਤਰੀਆਂ ਦੀ ਗੱਲ ਸੁਣਦਾ, ਹੁਣ ਬੀਜੇਪੀ ਦੇ ਕਈ ਮੰਤਰੀ ਵੀ ਕਹਿਣ ਲੱਗ ਗਏ ਕਿ ਅਸੀਂ ਸੰਸ਼ੋਧਨ ਕਰਨ ਲਈ ਤਿਆਰ ਹਾਂ, ਕਿਸਾਨ ਸੰਸ਼ੋਧਨ ਕਰਨ ਲਈ ਕਿਉਂ ਨਹੀਂ ਬੈਠਦੇ। ਇਹਦਾ ਮਤਲਬ ਹੈ ਅੱਜ ਮੰਤਰੀ ਇਹ ਸਮਝਣ ਲੱਗ ਗਏ ਕਿ ਸੰਸ਼ੋਧਨ ਜ਼ਰੂਰੀ ਨੇ। ਆ ਮੈਂ ਦੁਸ਼ਯੰਤ ਚੌਟਾਲਾ ਦੀ ਗੱਲ ਸੁਣੀ ਸੀ। ਦੁਸ਼ਯੰਤ ਚੌਟਾਲਾ ਕਹਿੰਦਾ ਜੇ MSP ਖਤਮ ਹੁੰਦੀ ਹੈ ਤੇ ਮੈਂ ਮੁੱਖ ਮੰਤਰੀ ਨਹੀਂ ਰਹੂੰਗਾ। MSP ਇੰਨੀ ਛੇਤੀ ਨਹੀਂ ਖਤਮ ਹੁੰਦੀ, ਦੁੱਧ ਵਾਲੇ ਦੰਦ ਨਹੀਂ ਨਿਕਲਦੇ 5-5 6-6 ਸਾਲ। ਅਕਲਦਾੜ ਵੀ ਮੇਰੇ ਖਿਆਲ ਸਿਆਣੀ ਉਮਰ 'ਚ ਨਿਕਲਦੀ ਆ ਕੇ, ਜੀ ਹੈ ਨੀ ਕਿ ਨਹੀਂ? ਬਿਲਕੁਲ ਸਿਆਣੀ ਉਮਰ 'ਚ ਨਿਕਲਦੀ। ਸੋ ਇਸ ਕਰਕੇ ਦੁਸ਼ਯੰਤ ਚੌਟਾਲਾ ਕਹਿੰਦਾ, ਮੈਂ ਬਿਆਨ ਸੁਣਿਆ, ਕਹਿੰਦਾ ਜੇ MSP ਬੰਦ ਹੋ ਗਈ ਤੇ ਮੈਂ ਅਸਤੀਫਾ ਦੇ ਦੂੰ। ਵੀ ਦੁਸ਼ਯੰਤ ਚੌਟਾਲਾ ਹਜੇ ਐਡੀ ਛੇਤੀ MSP ਬੰਦ ਨਹੀਂ ਹੁੰਦੀ ਜੀ। ਬਾਲ ਦਿਨਾਂ 'ਚ ਕਾਲੇ ਨਹੀਂ ਹੁੰਦੇ, ਨਾ ਦਿਨਾਂ 'ਚ ਚਿੱਟੇ ਹੁੰਦੇ ਜੀ, ਤੇ ਨਾ ਇੱਕ ਵਾਰੀ ਉੱਡੇ ਵਾਲ ਕੁਦਰਤੀ ਆਉਂਦੇ ਆ ਗਗਨ ਜੀ। ਜੀ। ਸੋ ਕੁਝ ਚੀਜ਼ਾਂ ਸੁਭਾਵਿਕ ਤੌਰ ਤੇ ਵਕਤ ਲੈਂਦੀਆਂ ਨੇ, ਤੇ ਜਦੋਂ ਨੂੰ MSP ਖਤਮ ਹੋਣੀ ਹੈ ਉਦੋਂ ਨੂੰ ਤਾਂ ਇਹ ਵੀ ਨਹੀਂ ਪਤਾ। ਦੁਸ਼ਯੰਤ ਚੌਟਾਲਾ ਜੀ ਤੁਸੀਂ ਅਗਲੀ ਵਾਰੀ ਨੂੰ MLA ਨਾਲ ਹਾਰ ਚੁੱਕੇ ਹੋ ਜੀ। ਐਤਕੀ ਤਾਂ ਤੁਹਾਡੇ 10 MLA ਬਣ ਗਏ, ਅਗਲੀ ਵਾਰੀ ਲੋਕਾਂ ਦਾ ਇਹ ਵੀ ਨਹੀਂ ਨਾ ਪਤਾ। ਜੀ। ਹੈ ਜੀ। ਜੇਕਰ ਇੱਥੇ ਮੈਂ ਰਾਜਨਾਥ ਹੋਣਾ ਦੇ ਬਿਆਨ ਦਾ ਵੀ ਕਰ ਦਿੰਦਾ, ਉਹ ਕਹਿੰਦੇ ਕਿ 1-2 ਸਾਲ ਲਈ ਲਾਗੂ ਕਰ ਲੈਣ ਤੋਂ ਖੇਤੀ ਕਾਨੂੰਨ, ਜੇਕਰ ਕਿਤੇ ਮਾੜਾ ਪ੍ਰਭਾਵ ਦਿਖਿਆ ਤਾਂ ਅਸੀਂ ਇਹਦੇ 'ਚ ਫਿਰ ਸੋਧਾਂ ਕਰ ਦਾਂਗੇ। ਮਤਲਬ ਗੱਲ ਉਹੀ ਆ ਗਈ ਨਾ ਵੀ ਕਿਤੇ ਨਾ ਕਿਤੇ ਸ਼ੰਕੇ ਮੰਤਰੀਆਂ ਦੇ ਮਨਾਂ 'ਚ ਆਉਣ ਲੱਗ ਗਏ ਜੀ। ਮੰਤਰੀ ਇਹ ਗੱਲ ਮਹਿਸੂਸ ਕਰਨ ਲੱਗ ਗਏ ਵੀ ਸੰਸ਼ੋਧਨ ਕਰ ਦਾਂਗੇ। ਮਤਲਬ ਦਿਮਾਗੀ ਤੌਰ ਤੇ ਮੰਤਰੀ ਸੰਸ਼ੋਧਨ ਵਾਲੇ ਪਾਸੇ ਤਿਆਰ ਨੇ, ਪਰ ਉਹ ਮੋਦੀ ਸਾਹਿਬ ਨੂੰ ਸਮਝਾ ਨਹੀਂ ਪਾ ਰਹੇ। ਗੱਲ ਉਹੀ ਆ ਗਈ। ਸੋ ਮੈਨੂੰ ਇਹ ਲੱਗਦਾ ਹੁਣ ਇਹਦਾ ਇੱਕੋ ਹੀ ਹੱਲ ਹੈ। ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਆ ਵਰਚੁਅਲ ਮੀਟਿੰਗ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ, ਬਟਨ ਦੱਬ ਕੇ ਵਿੱਤੀ ਮਦਦ ਕੀਤੀ ਹੈ, ਸਨਮਾਨ ਨਿਧੀ ਕੀਤੀ ਹੈ ਜੀ। ਪ੍ਰਧਾਨ ਮੰਤਰੀ ਚੁਣਿੰਦਾ ਜਥੇਬੰਦੀਆਂ ਨੇ ਜਿਹੜੀਆਂ 40 50 60 ਇਹਨਾਂ ਦੇ ਨਾਲ ਲੜੀਵਾਰ 5-7 ਦਿਨ ਖੁੱਲੇ ਮੈਦਾਨ 'ਚ ਮੀਟਿੰਗ ਕਰ ਲੈਣ। ਜਿਵੇਂ ਆਪਾਂ ਟਰੰਪ ਨੂੰ ਬੁਲਾਇਆ ਸੀ ਵੱਡੇ ਮੈਦਾਨ 'ਚ, ਟਰੰਪ ਜਿਹੜੇ ਮੈਦਾਨ 'ਚ 100 ਮੀਟਰ ਤੇ ਬਿਠਾ ਦਿਓ ਮਾਈਕ ਲਾ ਕੇ ਸਾਰਿਆਂ ਨੂੰ ਜੀ। 5 ਦਿਨ ਮੀਟਿੰਗਾਂ ਕਰੀ ਜਾਣ। ਮੋਦੀ ਸਾਹਿਬ ਕੋਵਿਡ ਦਾ ਖਤਰਾ ਹੀ ਕੋਈ ਨਹੀਂ। ਬਿਲਕੁਲ ਕੋਵਿਡ ਦਾ ਹੀ ਹੈ ਨਾ ਜੀ, ਕਹਿੰਦੇ ਆਪਾਂ ਵਰਚੁਅਲ ਮੀਟਿੰਗਾਂ ਕਰਦੇ ਹਾਂ। 100 ਬੰਦਿਆਂ ਦਾ ਇੰਤਜ਼ਾਮ ਹੋਣਾ। ਦੇਖੋ ਆ ਸਨਅਤੀ ਕੇਂਦਰ ਲੁਧਿਆਣੇ, ਗੁਰੂ ਨਾਨਕ ਸਟੇਡੀਅਮ ਜਿੱਥੇ ਹਾਕੀ ਦੇ ਮੈਚ ਹੁੰਦੇ ਆ ਬਹੁਤ ਵੱਡਾ ਜੀ। ਆ ਜਲੰਧਰ ਆਪਣਾ ਬਲਟਨ ਪਾਰਕ ਹੈ, ਇੰਡੀਆ ਤੇ ਸ਼੍ਰੀਲੰਕਾ ਦਾ ਕ੍ਰਿਕਟ ਮੈਚ ਵੀ ਹੋਇਆ ਸੀ ਜੀ 90 ਦੇ ਦਹਾਕੇ 'ਚ, ਮੈਂ ਦੇਖਣ ਗਿਆ ਸੀ ਉਦੋਂ। ਉੱਥੇ ਕਰਾਇਆ ਜਾ ਸਕਦਾ ਹਾਕੀ ਸਟੇਡੀਅਮ, ਸੁਰਜੀਤ ਹਾਕੀ ਸਟੇਡੀਅਮ, ਜੀ। ਉੱਥੇ ਆ ਜਾਣ ਮੋਦੀ ਸਾਹਿਬ, ਹੈ ਜੀ। ਬਿਲਕੁਲ। ਆ ਦਿੱਲੀ ਦੇ ਵਿੱਚ ਹੈਗਾ, ਦਿੱਲੀ ਕ੍ਰਿਕਟ ਐਸੋਸੀਏਸ਼ਨ ਦਾ ਗਰਾਊਂਡ ਹੈ ਕਿੱਡਾ ਵੱਡਾ, ਬਿਲਕੁਲ, ਜਿਹਦਾ ਰੌਲਾ ਚੱਲਦਾ ਪਿਆ। ਉੱਥੇ ਉਹ ਕਹਿੰਦੇ ਅਰੁਣ ਜੇਤਲੀ ਦਾ ਬੁੱਤ ਲਾਉਣਾ ਹੈ, ਬਿਸ਼ਨ ਸਿੰਘ ਬੇਦੀ ਕਹਿੰਦੇ ਮੇਰੇ ਨਾਂ ਦਾ ਸਟੈਂਡ ਬਣਿਆ ਹੋਇਆ ਹਟਾ ਦਿਓ। ਜੀ। ਉੱਥੇ ਅਰੁਣ ਜੇਤਲੀ ਦਾ ਬੁੱਤ ਲਾਉਣ ਦੀ ਗੱਲ ਚੱਲਦੀ ਪਈ ਹੈ ਖੇਡ ਕ੍ਰਿਕਟ ਸਟੇਡੀਅਮ 'ਚ। ਦਿੱਲੀ ਦਾ ਮੈਦਾਨ ਹੈ ਮੇਰਾ ਖਿਆਲ, ਮੈਂ ਮਾਫੀ ਚਾਹੂੰਗਾ ਜੇ ਮੈਂ ਗਲਤ ਹੋਵਾਂ, ਸ਼ਾਇਦ ਫਿਰੋਜ਼ ਸ਼ਾਹ ਕੋਟਲਾ ਮੈਦਾਨ ਹੈ ਦਿੱਲੀ ਦਾ, ਜੀ। ਜਾਂ ਕੋਈ ਹੋਰ ਵੀ ਹੋ ਸਕਦਾ, ਮੈਨੂੰ ਪੂਰਾ ਨਾਮ ਨਹੀਂ ਪਤਾ। ਹੁਣ ਜਿਹੜੀ ਗੱਲ ਮੂਲ ਰੂਪ 'ਚ ਖੜੀ ਹੈ, ਨਰਿੰਦਰ ਮੋਦੀ ਅਗਰ ਸਿੱਧੇ ਕਿਸਾਨਾਂ ਦੇ ਰਾਬਤੇ 'ਚ ਆ ਜਾਣ ਗਗਨ, ਕਿਸਾਨਾਂ ਨਾਲ ਸਿੱਧਾ ਰਾਬਤਾ ਬਣਾ ਲੈਣ, ਤਾਂ ਪੰਜਾਬ ਦੇ ਕਿਸਾਨ ਦਿਲ ਖੋਲ ਕੇ ਦਿਖਾ ਦੇਣਗੇ ਮੋਦੀ ਸਾਹਿਬ ਨੂੰ ਵੀ ਆਹ ਸਾਡੀ ਖੇਤੀ ਦੀ ਹਕੀਕਤ ਹੈ। ਜੀ। ਜਿਵੇਂ ਸਨੀ ਦਿਓਲ ਨੇ ਫਿਲਮ 'ਚ ਨਲਕਾ ਪੱਟਿਆ ਸੀ ਨਾ ਪਾਕਿਸਤਾਨ ਜਾ ਕੇ, ਜੀ। ਲਓ ਨਲਕਾ ਪੰਜਾਬ ਵਾਲਾ ਸਮਰਸੀਬਲ ਪੰਪ ਪੱਟ ਕੇ ਲੈ ਜਾਓ। ਸਮਰਸੀਬਲ ਪੰਪ ਦੀ ਪਾਈਪ ਦੀ ਲੰਬਾਈ ਦੇਖ ਕੇ ਮੋਦੀ ਸਾਹਿਬ ਨੇ ਸਮਝ ਜਾਣਾ ਵੀ ਪੰਜਾਬ ਦਾ ਪਾਣੀ ਖੜਾ ਕਿੱਥੇ ਹੈ। ਬਿਲਕੁਲ। ਮੈਂ ਤਾਂ ਹੀ ਬਾਰ-ਬਾਰ ਗੱਲਾਂ ਕਰਦਾ। ਹਰਿਆਣੇ ਵਾਲੇ ਕਹਿੰਦੇ ਰਾਵੀ ਦੀ ਬਹੁਤ ਚੰਗੀ ਗੱਲ ਹੈ, ਰਾਵੀ ਦਾ ਪਾਣੀ ਲਿਆਓ, ਪੰਜਾਬ 'ਚ ਲੋੜ ਹੈ। ਜੇ ਰਾਵੀ ਦਾ ਫਾਲਤੂ ਪਾਣੀ ਪਾਕਿਸਤਾਨ ਨੂੰ ਜਾਂਦਾ ਰਿਹਾ, ਬੰਜਰ ਹੋ ਜਾਣਾ ਪੰਜਾਬ ਵੀ। ਹਰਿਆਣਾ ਪਾਣੀ ਫਿਰ ਕਿੱਥੋਂ ਪਾਲਦਾ ਜੀ? ਬਿਲਕੁਲ। ਬੰਜਰ ਜ਼ਮੀਨ ਨੇ ਇੱਕ ਇੱਕ ਬੂੰਦ ਚੂਸ ਜਾਣੀ ਪਾਣੀ ਦੀ।
ਪਤਾ ਨਹੀਂ ਜੇ ਬੰਜਰ ਹੋ ਗਈ ਜ਼ਮੀਨ ਕੀ ਉੱਗੂਗਾ ਇਸ ਮਿੱਟੀ 'ਚ, ਹੈ ਜੀ। ਬਿਲਕੁਲ, ਉਹ ਤਾਂ ਭਵਿੱਖ ਹੈ। ਪਰ ਹੁਣ ਜ਼ਰੂਰੀ ਗਗਨ ਇਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਲੈਣ, 5-7 ਦਿਨ ਮੀਟਿੰਗਾਂ ਕਰ ਲੈਣ, ਮੰਤਰੀਆਂ ਨੂੰ ਉਹਨਾਂ ਦੇ ਦਫ਼ਤਰਾਂ 'ਚ ਹੀ ਰਹਿਣ ਦੇਣ, ਇਕੱਲੇ ਪ੍ਰਧਾਨ ਮੰਤਰੀ ਮੀਟਿੰਗਾਂ ਕਰ ਲੈਣ। ਨਰਿੰਦਰ ਮੋਦੀ ਉਹਨਾਂ ਨੂੰ ਗੱਲ ਸਮਝ ਆ ਜਾਣੀ ਹੈ। ਨਰਿੰਦਰ ਮੋਦੀ ਨੂੰ ਗੱਲ ਸਮਝ ਆ ਗਈ ਤੇ ਮਸਲਾ ਨਿਬੜ ਜਾਣਾ ਹੈ। ਹੋਰ ਮੈਨੂੰ ਕੋਈ ਹੱਲ ਨਹੀਂ ਦਿਖ ਰਿਹਾ, ਨਹੀਂ ਤਾਂ ਇਹ ਗੱਲ ਇਸੇ ਤਰ੍ਹਾਂ ਮਨ ਮੁਟਾਅ ਵਾਲੀ ਗੱਲ ਅੱਗੇ ਵਧੀ ਜਾਣੀ ਹੈ। ਤੁਸੀਂ ਦੇਖੋ, ਜਦੋਂ ਪਹਿਲਾਂ ਵੀ ਦਿੱਲੀ 'ਚ ਧਰਨਾ ਲੱਗਿਆ, ਉਹ ਦਸੰਬਰ 'ਚ ਲੱਗਿਆ, ਮਾਰਚ ਤੱਕ ਚੱਲਦਾ ਰਿਹਾ ਜੀ। ਤੇ ਸਾਡੇ ਜਿਹੜੇ ਕਿਸਾਨ ਨੇ ਉਹ ਤਾਂ ਹੱਕ ਲਈ ਬੈਠੇ ਨੇ, ਸੱਚ ਲਈ ਬੈਠੇ ਨੇ, ਦਰਦ ਲਈ ਬੈਠੇ ਨੇ, ਦੁੱਖ ਨਾਲ ਬੈਠੇ ਨੇ। ਬੈਠੇ ਤਾਂ ਰਹਿਣਗੇ ਕਿਉਂਕਿ ਪੂਰਾ ਪੰਜਾਬ, ਦੁਨੀਆ ਭਰ ਦੇ ਕਿਸਾਨ ਹੁਣ ਇਕੱਠੇ ਹੋ ਰਹੇ ਨੇ, ਨਾਲ ਨੇ। ਪਰ ਜਿਹੜਾ ਮਸਲਾ ਛੇਤੀ ਨਿਬੜ ਜੇ, ਹੈ ਜੀ। ਦੇਖੋ, ਜਦੋਂ ਕਿਤੇ ਬੂਟਾ ਬੀਜ ਦਿੰਦੇ ਆ, ਉੱਗ ਤਾਂ ਜਾਂਦਾ ਹੀ ਆ ਬੂਟਾ। ਜੇ ਪਾਣੀ ਪਾਵਾਂਗੇ, ਖਾਦ ਖੂਦ ਪਾਵਾਂਗੇ, ਤਕੜਾ ਹੋ ਜੂ, ਵਧੀਆ ਹੋ ਜੂ, ਬਿਲਕੁਲ ਜਲਦੀ ਹੋ ਜੂ। ਸੋ ਮਸਲਾ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੀ ਮੈਨੂੰ ਲੱਗਦਾ ਗਗਨ ਇਸ ਮਸਲੇ ਦਾ ਨਿਬੜਨਾ ਹੈ, ਨਹੀਂ ਤਾਂ ਇਹ ਗੱਲਾਂ ਐਂ ਹੀ ਚੱਲੀਆਂ ਜਾਣੀਆਂ ਨੇ ਜੀ। ਤੇ ਡੱਲਾ ਜੀ, ਉਧਰ ਭਗਵੰਤ ਮਾਨ ਹੋਣਾ ਨੇ ਵੀ ਜਦੋਂ ਨਰਿੰਦਰ ਮੋਦੀ ਹੋਣਾ ਨੇ ਸੰਬੋਧਨ ਕਰਨਾ ਸੀ, ਉਸ ਤੋਂ ਪਹਿਲਾਂ ਇੱਕ ਕਿਤਾਬ ਦੀ ਘੁੰਡ ਚਕਾਈ ਕਰ ਰਹੀ ਸੀ। ਉਸ ਵਕਤ ਜਿਹੜਾ ਪਾਰਲੀਮੈਂਟ ਤੇ ਸੈਂਟਰਲ ਹਾਲ ਦੇ ਵਿੱਚ ਵੀ ਵਿਰੋਧ ਕੀਤਾ ਭਗਵੰਤ ਮਾਨ ਦੇ ਨਾਲ ਸੰਜੇ ਸਿੰਘ ਸੀ ਮੌਜੂਦ। ਉਹਨਾਂ ਨੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ। ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਕੋਲ ਪਾਸਾ ਵੱਟ ਕੇ ਜ਼ਰੂਰ ਲੰਘ ਗਏ। ਕਿਸ ਤਰ੍ਹਾਂ ਵੇਖ ਰਹੀ ਹੋ ਜਿਹੜੀ ਇਹ ਕਾਰਵਾਈ ਭਗਵੰਤ ਮਾਨ ਹੋਣਾ ਦੇ ਵੱਲੋਂ ਕੀਤੀ ਗਈ ਹੈ? ਦੇਖੋ, ਭਗਵੰਤ ਮਾਨ ਵੀ ਪੰਜਾਬੀ ਹੈ ਜੀ, ਸੋ ਪੰਜਾਬੀਆਂ ਦਾ ਜਿਹੜਾ ਮਨ ਹੈ ਉਹ ਦੁਖੀ ਤਾਂ ਹੈਗਾ ਹੀ ਹੈ ਜੀ। ਇਹ ਨਹੀਂ ਕਿ ਨਰਿੰਦਰ ਮੋਦੀ ਜਾਣਬੁੱਝ ਕੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੇ ਜੀ। ਫਰਕ ਇਹ ਹੈ ਕਿ ਪੰਜਾਬੀ ਪੰਜਾਬ ਦੀਆਂ ਸਥਿਤੀਆਂ ਨੂੰ ਸਮਝਦਾ ਹੈ ਜੀ। ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੀਆਂ ਖੇਤੀਬਾੜੀ ਦੀਆਂ ਸਥਿਤੀਆਂ ਨੂੰ ਨਹੀਂ ਸਮਝ ਰਹੇ, ਜਾਂ ਉਹਨਾਂ ਤੱਕ ਗੱਲ ਭੇਜੀ ਨਹੀਂ ਜਾ ਰਹੀ, ਜਿਵੇਂ ਮੈਂ ਪਹਿਲਾਂ ਕਿਹਾ ਜੀ। ਜਾਂ ਤਾਂ ਕੋਈ ਪੰਜਾਬ ਵਾਲਾ ਖੇਤੀਬਾੜੀ ਮੰਤਰੀ ਹੁੰਦਾ ਨਾ, ਉਹ ਨੇੜਿਓਂ ਗੱਲ ਸਮਝਦਾ ਹੁੰਦਾ, ਜਿਵੇਂ ਕਿਸੇ ਸਮੇਂ ਸੁਖਦੇਵ ਸਿੰਘ ਢੀਂਡਸਾ ਰਸਾਇਣ ਤੇ ਖਾਦਾਂ ਬਾਰੇ ਮੰਤਰੀ ਸੀ ਜੀ, ਹੈ ਜੀ। ਜਿਵੇਂ ਸ਼ਰਦ ਪਵਾਰ ਕੇਂਦਰੀ ਖੇਤੀਬਾੜੀ ਮੰਤਰੀ ਸੀ, ਮਹਾਰਾਸ਼ਟਰ ਵਾਲਾ, ਮਹਾਰਾਸ਼ਟਰ 'ਚ ਵੀ ਝੋਨਾ ਹੁੰਦਾ। ਸੋ ਜਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਸੰਬੰਧ ਸਿੱਧੇ ਤੌਰ ਤੇ ਪੰਜਾਬ ਦੀ, ਹਰਿਆਣੇ ਦੀ ਖੇਤੀ ਨਾਲ ਹੁੰਦਾ। ਹੁਣ ਦਿੱਕਤ ਇੱਥੇ ਇਹ ਵੀ ਹੈ ਗਗਨ ਕਿ ਭਗਵੰਤ ਮਾਨ ਉਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ। ਭਗਵੰਤ ਮਾਨ ਉਹਨਾਂ ਨੇ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਨੂੰ ਪਾਰਲੀਮੈਂਟ 'ਚ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਸੋ ਉਹਨਾਂ ਨੇ ਸੈਂਟਰਲ ਹਾਲ 'ਚ ਨਾਅਰੇ ਮਾਰਤੇ, ਹੱਥ 'ਚ ਬੈਨਰ ਫੜ ਕੇ। ਸੰਜੇ ਸਿੰਘ ਵੀ ਸੀ, ਸੰਜੇ ਸਿੰਘ ਨੂੰ ਉਹਨਾਂ ਨੇ ਚਿਹਰਾ ਬਣਾਤਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ, ਆਮ ਆਦਮੀ ਪਾਰਟੀ ਵਾਲਿਆਂ ਨੇ। ਐਂ ਤਾਂ ਧਰਨੇ ਤੇ ਕਾਂਗਰਸੀ ਵੀ ਦੇਖੋ ਕਿੰਨੇ ਸਮੇਂ ਦੇ ਬੈਠੇ ਆ, ਪਰ ਪੋਲੀਟੀਕਲ ਪਾਰਟੀਆਂ ਦੇ ਵਿਰੋਧ ਦਾ ਹੁਣ ਕੋਈ ਮਕਸਦ ਨਹੀਂ ਜੀ। ਪੋਲੀਟੀਕਲ ਪਾਰਟੀਆਂ ਦਾ ਜਿਹੜਾ ਵਿਰੋਧ ਹੈ ਇਹ ਸੰਕੇਤਕ ਵਿਰੋਧ ਹੈ, ਇਹਦੇ 'ਚੋਂ ਨਤੀਜਾ ਨਹੀਂ ਨਿਕਲਣਾ, ਹੈ ਜੀ। ਕੀ ਕਹਿੰਦੇ, ਬਿਲਕੁਲ। ਰਸ ਕੱਢੀ ਹੋਈ ਮਸੰਮੀ ਨੂੰ ਉਹ ਗੁੱਦਾ ਕਿਸੇ ਕੰਮ ਨਹੀਂ ਆਉਂਦਾ ਜੀ। ਪੋਲੀਟੀਕਲ ਪਾਰਟੀਆਂ ਦੇ ਵਿਰੋਧ ਦਾ ਕੋਈ ਮਸਲਾ ਨਹੀਂ ਹੈ। ਕੱਲ ਪਰਸੋਂ ਰਾਹੁਲ ਗਾਂਧੀ ਵੀ ਦੇ ਕੇ ਆਇਆ ਕਿਸਾਨਾਂ ਦੇ ਦਸਤਖਤ ਕਰਾ ਕੇ, ਉਹ ਵੀ ਆਪਣੇ ਕਈ ਲੋਕ ਲੈ ਕੇ ਰਾਸ਼ਟਰਪਤੀ ਸਾਹਿਬ ਕੋਲੇ ਜਾਣਾ ਚਾਹੁੰਦੇ ਸੀ, ਮਾਰਚ ਕੱਢਣਾ ਚਾਹੁੰਦੇ ਸੀ, ਪਰ ਉਹਦਾ ਕੋਈ ਮਸਲਾ ਨਹੀਂ। ਗੱਲ ਤਾਂ ਕਿਸਾਨਾਂ ਦੇ ਪ੍ਰਧਾਨ ਮੰਤਰੀ ਵਿਚਾਲੇ ਆ, ਮੈਂ ਵਿੱਚ ਕਿਸੇ ਨੂੰ ਨਹੀਂ ਦੇਖਦਾ ਜੀ। ਹੁਣ ਤਾਂ ਮਸਲਾ ਸਿੱਧਾ ਕਿਸਾਨਾਂ ਤੇ ਪ੍ਰਧਾਨ ਮੰਤਰੀਆਂ ਦੇ ਨਾਲ ਹੀ ਨਿਬੜਨਾ। ਬਾਕੀ ਠੀਕ ਹੈ, ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕੀਤੀ, ਕਿਉਂਕਿ ਕੋਈ ਵੀ ਭਗਵੰਤ ਮਾਨ ਦੀ ਥਾਂ ਤੇ ਪੰਜਾਬੀ ਹੁੰਦਾ, ਜੇ ਮੈਂ ਹੁੰਦਾ ਮੈਂ ਵੀ ਦੁੱਖ ਪ੍ਰਗਟ ਕਰਦਾ ਮੋਦੀ ਸਾਹਿਬ ਅੱਗੇ ਜੀ। ਤੁਸੀਂ ਹੁੰਦੇ ਤੁਸੀਂ ਵੀ ਦੁੱਖ, ਪੰਜਾਬੀ ਸਾਰੇ ਦੁਖੀ ਨੇ, ਹਰਿਆਣੇ ਵਾਲੇ ਵੀ, ਯੂਪੀ ਵਾਲੇ ਵੀ, ਬਿਹਾਰ ਵਾਲੇ ਵੀ। ਜਿਹਦਾ ਝੋਨਾ ਕਣਕ ਨਹੀਂ ਵਿਕਦਾ, MSP ਦਾ ਸਭ ਤੋਂ ਵੱਧ ਖਤਰਾ ਹੀ ਝੋਨਾ ਕਣਕ ਨੂੰ ਹੈ। MSP ਦਾ ਸਭ ਤੋਂ ਵੱਡਾ ਖਤਰਾ ਕਣਕ ਝੋਨੇ ਨੂੰ ਹੈ। ਇਸੇ ਕਰਕੇ ਕਣਕ ਝੋਨੇ ਵਾਲੇ ਕਿਸਾਨ ਪਰੇਸ਼ਾਨ ਨੇ। ਤੁਸੀਂ ਦੇਖੋ, ਹੁਣ ਤਾਂ ਦੇਸ਼ ਦੇ ਉੱਤਰਾਖੰਡ ਦੇ ਵੀ ਕਿਸਾਨ ਪ੍ਰੋਟੈਸਟ ਕਰੀ ਜਾਂਦੇ ਆ ਜੀ। ਬਿਲਕੁਲ। ਹੋਰ ਹਿੱਸਿਆਂ 'ਚੋਂ ਦੇਸ਼ ਦੇ ਕਿਸਾਨ ਇਕੱਠੇ ਹੋ ਰਹੇ ਨੇ। ਬਿਲਕੁਲ। ਸੋ ਡੱਲਾ ਜੀ, ਬੀਤੇ ਦਿਨ ਆਪਾਂ ਵੇਖਿਆ ਵੀ ਯੂਪੀ ਬਾਰਡਰ ਤੋਂ ਉੱਤਰਾਖੰਡ ਤੋਂ ਜਿਹੜੇ ਕਿਸਾਨ ਬੈਰੀਗੇਟਿੰਗ ਦੁਆਰਾ ਕੀਤੀ ਗਈ ਸੀ ਕਿਸਾਨਾਂ ਦੇ ਲਈ, ਉਹਨੂੰ ਪਰੇ ਕਰਦਿਆਂ ਦਿੱਲੀ ਦੇ ਵੱਲ ਵੱਧ ਚੁੱਕੇ ਨੇ। ਉਹਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਹੁਣ ਲਗਾਤਾਰ ਇਕੱਠ ਜਿਹੜਾ ਦਿੱਲੀ ਦੇ ਵਿੱਚ ਵਧੀ ਜਾਂਦਾ ਹੈ ਤੇ ਸਰਕਾਰ ਨੂੰ ਮੈਨੂੰ ਲੱਗਦਾ ਕਿ ਜਲਦ ਤੋਂ ਜਲਦ ਹੁਣ ਇਹਦੇ ਬਾਰੇ ਸੋਚਣਾ ਪਊਗਾ, ਕਿਉਂਕਿ ਜੇਕਰ ਇਸੇ ਤਰ੍ਹਾਂ ਕਿਸਾਨਾਂ ਦੀ ਗਿਣਤੀ ਵੱਧਦੀ ਰਹੀ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਲਈ ਵੀ ਔਖਾ ਹੈ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਸੁਪਰੀਮ ਕੋਰਟ ਜਲਦ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਠੋਸ ਡਿਸੀਜਨ ਦੇ ਸਕਦੀ। ਸੁਪਰੀਮ ਕੋਰਟ ਦਾ ਦਖਲ ਗਗਨ ਮੈਂ ਮੰਨਦਾ ਹੁਣ ਜ਼ਰੂਰੀ ਹੈ ਜੀ। ਸੁਪਰੀਮ ਕੋਰਟ ਕੋਈ ਦਖਲ ਦੇਵੇ, ਭਾਵੇਂ ਸਰਕਾਰ ਨੂੰ ਹਦਾਇਤਾਂ ਦੇਵੇ ਜਾਂ ਸਰਕਾਰ ਨੂੰ ਕੋਈ ਨਿਰਦੇਸ਼ ਦੇਵੇ, ਜਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਕੋਈ ਅਜਿਹੀ ਕਮੇਟੀ ਬਣੇ ਜਿਹਦੇ ਤੇ ਉਹ ਕਮੇਟੀ ਮੰਗ ਕਰੇ ਕਿ ਅਸੀਂ ਸਿਰਫ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨੀ ਹੈ ਜੀ। ਮੈਨੂੰ ਲੱਗਦਾ ਕਿਸਾਨ ਸਾਡੇ ਰੋਜ਼ ਨਵੇਂ ਫੈਸਲੇ ਮੀਟਿੰਗਾਂ ਕਰਕੇ ਲੈਂਦੇ ਨੇ
ਮੈਨੂੰ ਲੱਗਦਾ ਹੈ ਸਾਡੀਆਂ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇਹ ਫੈਸਲਾ ਵੀ ਕਰ ਸਕਦੀਆਂ ਨੇ ਕਿ ਹੁਣ ਅਸੀਂ ਤੁਹਾਡੀਆਂ ਚਿੱਠੀਆਂ ਨਹੀਂ, ਅਸੀਂ ਜਿਹੜੀਆਂ ਰੋਜ਼ ਚਿੱਠੀਆਂ ਆਉਂਦੀਆਂ ਨੇ ਜਾਂ ਤਾਂ ਸਾਨੂੰ ਚਿੱਠੀ 'ਚ ਲਿਖ ਕੇ ਭੇਜੋ ਕਿ ਕਾਨੂੰਨ ਰੱਦ ਕਰਨ ਬਾਰੇ ਅਸੀਂ ਸੋਚ ਸਕਦੇ ਹਾਂ, ਜੀ MSP ਦਾ ਕਾਨੂੰਨ ਬਣਾਉਣ ਬਾਰੇ ਅਸੀਂ ਸੋਚ ਸਕਦੇ ਹਾਂ। ਹੁਣ ਆਹ ਸਰਕਾਰੀ ਚਿੱਠੀ 'ਚ ਲਿਖਿਆ ਕਿ MSP ਦਾ ਖੇਤੀ ਕਾਨੂੰਨਾਂ ਦੇ ਨਾਲ ਕੋਈ ਸੰਬੰਧ ਨਹੀਂ। ਕਿਸਾਨਾਂ ਦੀ ਮੰਗ ਹੈ ਕਿ MSP ਤੇ ਕਾਨੂੰਨ ਬਣਾਓ। ਹਾਂਜੀ ਬਿਲਕੁਲ। ਹੁਣ ਮੈਨੂੰ ਇਹ ਲੱਗਦਾ ਕਿ ਕਿਸਾਨ ਜਥੇਬੰਦੀਆਂ ਇਹ ਵੀ ਫੈਸਲਾ ਕਰ ਸਕਦੀਆਂ ਨੇ ਜੀ 1-2 ਦਿਨ 'ਚ ਵੀ ਜੇ ਅਸੀਂ ਗੱਲ ਕਰਨੀ ਹੈ ਤੇ ਪ੍ਰਧਾਨ ਮੰਤਰੀ ਨਾਲ ਕਰਨੀ ਹੈ, ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ, ਇਹ ਵੀ ਫੈਸਲਾ ਹੋ ਸਕਦਾ ਜੀ। ਫਿਰ ਪ੍ਰਧਾਨ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀਆਂ ਲਗਾਤਾਰ 5-6-7 ਦਿਨ ਮੀਟਿੰਗਾਂ ਅਗਰ ਹੋਣ ਤੇ ਫੈਸਲਾ ਨਿਪਟ ਸਕਦਾ ਜੀ। ਨਹੀਂ ਤਾਂ ਫਿਰ ਸੁਪਰੀਮ ਕੋਰਟ ਦਾ ਦਖਲ ਮੈਨੂੰ ਦਿਖ ਰਿਹਾ ਕਿ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਣਾ ਕਿਉਂਕਿ ਕਿਸਾਨ ਦੇਖੋ, ਕਿਸਾਨਾਂ ਦੇ ਨਾਲ ਵੀ ਸਾਰਾ ਪੰਜਾਬ ਖੜਾ, ਬੱਚਾ ਪੰਜਾਬ ਦਾ ਖੜਾ ਜੀ। ਹਾਂਜੀ ਸਕੂਲ ਸਾਡੇ ਲੱਗੇ ਨਹੀਂ ਅੱਜ ਕੱਲ੍ਹ ਗਗਨ, ਸਕੂਲਾਂ 'ਚ ਛੁੱਟੀਆਂ ਨੇ, ਆ ਹੁਣ ਠੰਡ ਦੀਆਂ ਛੁੱਟੀਆਂ ਨੇ, ਪਹਿਲਾਂ ਕੋਵਿਡ ਕਰਕੇ ਛੁੱਟੀਆਂ ਸੀ, ਨਹੀਂ ਤਾਂ ਛੋਟੇ ਬੱਚੇ ਡਰਾਇੰਗ ਦੀ ਕਿਤਾਬ ਤੇ ਵੀ ਕਿਸਾਨਾਂ ਦਾ ਝੰਡਾ ਬਣਾਉਣਗੇ ਜੀ, ਹਰੇ ਰੰਗ ਵਾਲਾ। ਸੋ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੀਤੇ ਦਿਨਾਂ ਮੀਟਿੰਗ ਵੀ ਕਿਸਾਨ ਜਥੇਬੰਦੀਆਂ ਦੀ ਹੋਈ ਹੈ। ਸੋ ਅੱਗੇ ਬਹੁਤ ਵੱਡੇ ਫੈਸਲੇ ਕਿਸਾਨ ਜਥੇਬੰਦੀਆਂ ਵੀ ਕਰ ਸਕਦੀਆਂ ਨੇ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਇਕੱਠ ਵਧੂਗਾ ਤਾਂ ਸੰਘਰਸ਼ ਦੇ ਵਿੱਚ ਨਵੇਂ ਰੂਪ ਵੀ ਦੇਣ ਦੀ ਲੋੜ ਕਿਸਾਨ ਜਥੇਬੰਦੀਆਂ ਨੂੰ ਵੀ ਪੈ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੇ ਵੱਲ ਵੀ ਸਰਕਾਰਾਂ ਧਿਆਨ ਦੇਣ ਤੇ ਜਲਦ ਤੋਂ ਜਲਦ ਕਿਸਾਨ ਜਿਹੜੇ ਵਾਪਸ ਘਰਾਂ ਨੂੰ ਪਰਤਣ। ਢਿੱਲਾ ਜੀ ਬਹੁਤ ਬਹੁਤ ਧੰਨਵਾਦ ਚਰਚਾ ਦੇ ਵਿੱਚ। ਬਹੁਤ ਧੰਨਵਾਦ ਜੀ।